ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਪਏ, ਜਿਨ ਹਰਿ ਧਿਆਇਆ ਜੀ। ਤਿਨ ਤੁਪਤੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ। ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ। ਸੇ ਧਨ ਜਿਨ ਹਰਿ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਰਹਿਰਾ ਸਾਹਿਬ ਜੀ ਦੇ ਸੋ ਪੁਰਖ ਵਾਲੇ ਸ਼ਬਦ ਦੀ ਤੀਸਰੀ ਪੌੜੀ ਦਾ ਸ਼ਬਦ ਸਰਵਣ ਕੀਤਾ, ਪਾਠ ਸਰਵਣ ਕੀਤਾ। ਜੋ ਰਹਿਰਾ ਸਾਹਿਬ ਸ਼ਗਨ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਛੇਵਾਂ ਸ਼ਬਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਗਮਾ ਅਗਮ ਅਪਾਰਾ। ਪਿਛਲੇ ਦਿਨੀ ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤਾਂ ਦੇ ਬੇਨਤੀ ਕਰਨ ਤੇ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਦੇ ਦਰ ਘਰ ਦੀ ਗੱਲ ਕੀਤੀ ਹੈ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬੈ ਸਰਬ ਸੰਭਾਲੇ। ਮਹਾਰਾਜ ਕਿਰਪਾ ਕਰਕੇ ਸਾਨੂੰ ਤੁਸੀਂ ਉਸ ਪਰਮੇਸ਼ਰ ਦੀ ਗੱਲ ਸੁਣਾਓ। ਉਹ ਪਰਮੇਸ਼ਰ ਕੈਸਾ ਹੈ, ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰਾਂ ਨੇ ਫਿਰ ਚੌਥੇ ਪਾਤਸ਼ਾਹ ਜੀ ਨੇ ਰਾਗ ਆਸਾ ਦੇ ਵਿੱਚ ਸ਼ਬਦ ਉਚਾਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਆਓ ਤੀਸਰੀ ਪੌੜੀ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਇਸ ਦੀ ਵਿਚਾਰ ਨਾਲ ਜੁੜੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਰ ਧਿਆਵੇ ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਨ ਟੋਟੀ ਜਮ ਕੀ ਫਾਸੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਬਚਨ, ਜੋ ਰਹਿਰ ਸਾਹਿਬ ਛੇਵਾਂ ਸ਼ਬਦ ਸੋ ਪੁਰਖ ਵਾਲਾ ਹੈ, ਉਸ ਦੀ ਇਹ ਤੀਜੀ ਪੌੜੀ ਆਪ ਜੀ ਨੇ ਸਰਵਣ ਕੀਤੀ। ਪਿੱਛੇ ਕੱਲ ਦੂਜੀ ਪੌੜੀ ਦੀਆਂ ਆਖਰੀ ਪੰਕਤੀਆਂ ਵਿੱਚ ਸਤਿਗੁਰੂ ਕਹਿ ਰਹੇ ਸੀ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਇਹ ਜਨ ਸੇਵਕ ਦਾਸ ਤੇਰਾ ਨਾਨਕ ਤੈਥੋਂ ਬਲਿਹਾਰੇ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਜੋ ਤੈਨੂੰ ਸਿਮਰਦੇ ਹਨ ਉਹਨਾਂ ਤੋਂ ਵੀ ਬਲਿਹਾਰ ਜਾਂਦਾ ਹੈ, ਤੇਰੇ ਦਾਸਾਂ ਤੋਂ ਵੀ ਬਲਿਹਾਰੇ ਜਾਂਦਾ ਹੈ। ਤੋ ਅੱਜ ਦੀ ਪੌੜੀ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਹਨ, ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਉਹ ਤੇਰੇ ਪਿਆਰੇ, ਤੇਰੇ ਜਨ ਜੁਗ ਮਹਿ ਹਰ ਵੇਲੇ, ਭੂਤ ਭਵਿੱਖ ਵਰਤਮਾਨ ਕਾਲ ਵਿੱਚ, ਤਿੰਨਾਂ ਹੀ ਸਮਿਆਂ ਵਿੱਚ, ਚਾਰੇ ਹੀ ਯੁੱਗਾਂ ਵਿੱਚ ਸੁਖੀ ਵਸਦੇ ਹਨ। ਜੋ ਤੈਨੂੰ ਧਿਆਉਣਾ ਕਰਦੇ ਹਨ, ਜੋ ਤੈਨੂੰ ਸਿਮਰਨਾ ਕਰਦੇ ਹਨ। ਦੋ ਵਾਰ ਸ਼ਬਦ ਲਿਖਿਆ, ਹਰ ਧਿਆਵੇ, ਹਰੀ ਨੂੰ ਧਿਆਉਂਦੇ ਹਨ। ਕੌਣ ਹੈ ਹਰੀ? ਜਿਹੜਾ ਸਾਨੂੰ ਹਰਾ ਭਰਾ ਕਰਨ ਵਾਲਾ ਹੈ, ਜਿਸ ਦੇ ਪ੍ਰਥਾਏ ਰਾਗ ਬਸੰਤ ਵਿੱਚ ਬਿਆਨ ਕੀਤਾ ਸਤਿਗੁਰਾਂ ਨੇ। ਹਰ ਕਾ ਨਾਮ ਧਿਆਏ ਕੈ, ਹੋ ਹਰਿਆ ਭਾਈ, ਕਰਮ ਲਖੰਤੇ ਪਾਈ ਹੈ, ਇਹ ਰੁੱਤ ਸੁਹਾਈ। ਇਹ ਰੁੱਤ ਬਹੁਤ ਚੰਗੀ ਹੈ। ਕਿਹੜੀ ਰੁੱਤ? ਇੱਕ ਬਸੰਤ ਰੁੱਤ ਹੈ, ਨਾ ਗਰਮੀ ਹੈ ਨਾ ਸਰਦੀ ਹੈ। ਇੱਕ 84 ਲੱਖ ਜੂਨਾਂ ਚੋਂ ਮਨੁੱਖਾ ਜਨਮ ਦੀ ਰੁੱਤ ਉੱਤਮ ਹੈ। ਸਾਡਾ ਮਾਨਸ ਜਾਮਾ 84 ਲੱਖ ਜੂਨਾਂ ਵਿੱਚੋਂ ਉੱਤਮ ਹੈ। ਔਰ ਮਾਨਸ ਜਾਮੇ ਦੇ ਵਿੱਚੋਂ ਵੀ ਸਾਡਾ ਜਵਾਨੀ ਵਾਲਾ ਸਮਾਂ ਉੱਤਮ ਹੈ। ਬਚਪਨ ਦੇ ਵਿੱਚ ਗਿਆਨ ਨਹੀਂ ਸੀ, ਸਰੀਰ ਦੇ ਗਿਆਨ ਇੰਦਰੇ ਕਰਮ ਇੰਦਰੇ ਸਾਡਾ ਸਾਥ ਨਹੀਂ ਸੀ ਦਿੰਦੇ। ਬੁਢਾਪੇ ਦੇ ਵਿੱਚ ਵੀ ਇਹ ਸਾਥ ਛੱਡ ਜਾਂਦੇ ਹੈ। ਕਫ ਕੰਠ ਬਰੂਦੋ ਨੈਣੋ ਨੀਰ ਢਰੇ, ਕੰਨ ਬੋਲੇ ਹੋ ਜਾਂਦੇ, ਅੱਖਾਂ ਨੂੰ ਦਿਸਣੋਂ ਹਟ ਜਾਂਦਾ ਹੈ, ਗਲਾ ਵੀ ਚੱਜ ਨਾਲ ਬੋਲਿਆ ਨਹੀਂ ਜਾਂਦਾ। ਤਾਂ ਫਿਰ ਵਧੀਆ ਰੁੱਤ ਕਿਹੜੀ ਹੈ? ਜਵਾਨੀ ਦੀ। 84 ਲੱਖ ਜੂਨਾਂ ਚੋਂ ਮਨੁੱਖਾ ਜਨਮ ਉੱਤਮ ਹੈ। ਤੇ ਮਨੁੱਖਾ ਜਨਮ ਦੇ ਵਿੱਚੋਂ ਜਦੋਂ ਸਾਡਾ ਸਰੀਰ ਚੜ੍ਹਦੀ ਕਲਾ ਵਿੱਚ ਹੋਵੇ, ਤੰਦਰੁਸਤੀ ਹੋਵੇ ਸਾਡੇ ਸਰੀਰ ਨੂੰ, ਉਹ ਬਹੁਤ ਵਧੀਆ ਸਮਾਂ ਹੁੰਦਾ ਹੈ ਨਾਮ ਜਪਣ ਦੇ ਲਈ। ਜਿੰਨਾ ਚਿਰ ਸਾਡੇ ਕੋਲ ਸੁੰਦਰ ਸਰੀਰ ਹੈ, ਤਾਕਤ ਹੈ, ਬਾਬਾ ਫਰੀਦ ਜੀ ਕਹਿੰਦੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਦੁਨੀਆ ਗਾਹ ਮਾਰੀ,
ਅੱਜ ਇਹ ਲੱਤਾਂ ਵੀ ਸਾਥ ਛੱਡ ਗਈਆਂ। ਫਰੀਦਾ ਇੰਨੀ ਨਿੱਕੀ ਜੰਗੀ ਹੈ। ਜੰਗੀ ਲੱਤ ਨੂੰ ਕਹਿੰਦੇ ਆ, ਪੈਰ ਤੋਂ ਉੱਪਰ ਗੋਡੇ ਤੋਂ ਵਿਚਾਲੇ ਜੋ ਪਿੰਜਣੀ ਹੈ ਇਹਨੂੰ ਜੰਗੀ ਵੀ ਕਹਿ ਦਿੰਦੇ ਆ। ਮਾਲਵੇ ਵਿੱਚ ਜੰਗੀ ਸ਼ਬਦ ਹਲ ਦੇ ਵਿੱਚ ਪਾਏ ਹੋਏ ਇੱਕ ਪੀਸ ਨੂੰ ਵੀ ਕਹਿੰਦੇ ਆ। ਖੈਰ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਜਲ ਥਲ ਡੂੰਗਰ ਉੱਚੇ ਨੀਵੇਂ ਥਾਂ ਸਾਰੇ ਗਾਹ ਮਾਰੇ। ਇੰਨੀ ਨਿੱਕੀ ਜੰਗੀਆਂ ਥਲ ਡੂੰਗਰ ਭਵੇਂ ਹੋਮ, ਅੱਜ ਫਰੀਦਾ ਕੋਜੜਾ ਸੈ ਕੋਹਾਂ ਥੀ ਹੋਮ। ਅੱਜ ਆ ਪਾਣੀ ਵਾਲਾ ਕੁੱਜਾ ਨਹੀਂ ਚੱਕਿਆ ਜਾਂਦਾ, ਤਾਂ ਫਿਰ ਕਿਹੜਾ ਸਮਾਂ ਚੰਗਾ ਸੀ ਜਦੋਂ ਜਵਾਨੀ ਵਾਲਾ। ਤੋ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਦਾ ਨਾਮ ਸਾਨੂੰ ਹਰਾ ਭਰਾ ਕਰਨ ਵਾਲਾ ਹੈ, ਹਰ ਧਿਆਵੇ ਹੇ ਹਰੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੈਨੂੰ ਇਹ ਸੰਸਾਰ ਯਾਦ ਕਰਦਾ ਸਿਮਰਦਾ। ਹਰ ਧਿਆਵੇ, ਉਹ ਸਾਨੂੰ ਹਰੇ ਭਰੇ ਕਰਨ ਵਾਲੇ ਆ, ਤੰਦਰੁਸਤੀ ਦੇਣ ਵਾਲੇ ਆ। ਜਿੱਥੇ ਡਾਕਟਰ ਜਵਾਬ ਦੇ ਜਾਣ ਉੱਥੇ ਫਿਰ ਪਰਮੇਸ਼ਰ ਕਰਦਾ। ਹਰ ਧਿਆਵੇ, ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਹੈ ਪਰਿਪੂਰਨ ਪਰਮੇਸ਼ਰ ਪਰਮਾਤਮਾ, ਉਹ ਆਉਣ ਵਾਲੇ ਸਮੇਂ ਵਿੱਚ ਵੀ, ਭਵਿੱਖ ਵਿੱਚ ਵੀ ਤੇ ਅੱਜ ਵਿੱਚ ਵੀ ਸੁਖੀ ਵਸਦੇ ਹਨ ਜਿਹੜੇ ਤੈਨੂੰ ਸਿਮਰਦੇ ਹਨ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਔਰ ਇਹ ਵੀ ਯਾਦ ਰੱਖੀਏ ਕਿ ਆਪਾਂ ਕਰੀਏ ਅਰਦਾਸ ਕਿ ਮਹਾਰਾਜ ਆਪਣੀ ਸੇਵਾ ਸਿਮਰਨ ਆਪ ਕਰਵਾ ਲੈਣਾ, ਕਿਉਂਕਿ ਇਹ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦਾ ਗਾ। ਪਾਤਸ਼ਾਹ ਜੀ ਕਹਿੰਦੇ, ਵਡਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਤੋਂ ਬਗੈਰ ਸਾਡੇ ਅੰਤਸ਼ਕਰਨ ਤੇ, ਚਿੱਤ ਤੇ, ਮਨ ਤੇ, ਬੁੱਧੀ ਤੇ ਵਿਕਾਰਾਂ ਦੀਆਂ ਮੈਲਾਂ ਚੜ੍ਹ ਜਾਂਦੀਆਂ। ਸਤਸੰਗ ਦੇ ਵਿੱਚ ਹੀ ਆ ਕੇ ਰੋਜ਼ਾਨਾ ਝਾੜੂ ਮਾਰ ਕੇ ਲਾਹੀਆਂ ਜਾਂਦੀਆਂ। ਜਿਵੇਂ ਘਰੇ ਬੀਬੀ ਰੋਜ਼ਾਨਾ ਸਫਾਈ ਕਰਦੀ ਆ, ਜੇ 10 ਕੁ ਦਿਨ ਕਿਤੇ ਕੱਪੜਾ ਨਾ ਵੱਜੇ ਤੇ ਰੇਤਾ ਚੜ੍ਹ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖਾ ਰੋਜ਼ ਸਤਸੰਗ ਕਰਿਆ ਕਰ। ਧੰਨ ਆ ਉਹ ਜਿਹੜੇ ਤੈਨੂੰ ਹਮੇਸ਼ਾ ਸਿਮਰਦੇ ਐ, ਉਹ ਸੁਖੀ ਵਸਦੇ ਐ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੇ ਸੁਖੀਆ, ਧੰਨ ਹੀ ਉਸ ਜਨਮਾ, ਉਹਦਾ ਸੰਸਾਰ ਵਿੱਚ ਮਨੁੱਖ ਬਣ ਕੇ ਆਉਣਾ ਵੀ ਧੰਨ ਹੈ। ਨਾਨਕ ਤਿਸ ਬਲਿਹਾਰੀ, ਇਹ ਨਾਨਕ ਪੰਜਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਬਲਿਹਾਰੇ ਜਾਂਦਾ ਹੈ, ਕਿਉਂਕਿ ਦਸਾਂ ਹੀ ਗੁਰੂਆਂ ਦੀ ਬਾਣੀ ਦੇ ਪਿੱਛੇ ਨਾਨਕ ਸ਼ਬਦ ਵਰਤਿਆ ਗਿਆ, ਕਿਉਂਕਿ ਨਾਨਕ ਜੋਤ ਹੀ ਵਰਤ ਰਹੀ ਹੈ ਦਸਾਂ ਗੁਰੂਆਂ ਦੇ ਵਿੱਚ। ਪਹਿਲੇ ਪੰਜਾਂ ਨੇ ਬਾਣੀ ਰਚੀ, ਫਿਰ ਨੌਵੇਂ ਪਾਤਸ਼ਾਹ ਨੇ ਬਾਣੀ ਰਚੀ, ਪਰ ਸਾਰਿਆਂ ਨੂੰ ਨਾਨਕ ਜੋਤ ਹੀ ਕਿਹਾ ਜਾਂਦਾ ਹੈ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ, ਜਿਹੜੇ ਤੇਰੇ ਨਾਮ ਨੂੰ ਸਿਮਰਦੇ ਹਨ ਉਹ ਸਦਾ ਸੁਖੀ ਵਸਦੇ ਹਨ। ਸਿੱਖਾਂ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਉਸ ਪਰਮੇਸ਼ਰ ਦੇ ਬਾਰੇ ਕੁਝ ਦੱਸਣਾ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਸੀ, ਉਹਦੇ ਬਾਰੇ ਤਾਂ ਮੈਂ ਕਿਆ ਦੱਸਾਂ, ਉਹਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਹੈ। ਸੋ ਪੁਰਖ ਨਿਰੰਜਨ, ਅੰਜਨ ਹੁੰਦਾ ਕਾਲਾ, ਨਿਰੰਜਨ ਹੁੰਦਾ ਰੰਗ ਰੂਪ ਤੋਂ ਰਹਿਤ, ਕਾਲਸ ਤੋਂ ਰਹਿਤ। ਕਾਲਾ ਰੰਗ ਵੀ ਹੁੰਦਾ ਅਤੇ ਕਾਲਾ ਵਿਕਾਰਾਂ ਦਾ ਕਲੰਕ ਵੀ ਹੁੰਦਾ। ਪਰਮੇਸ਼ਰ ਨੂੰ ਕੋਈ ਕਲੰਕ ਨਹੀਂ ਲੱਗਦਾ, ਉਹ ਕਲੰਕ ਰਹਿਤ ਹੈ। ਇਸੇ ਕਰਕੇ ਉਹਨੂੰ ਨੇ ਕਲੰਕ ਵੀ ਕਹਿ ਦਿਓ ਤਾਂ ਅਤ ਕਥਨੀ ਨਹੀਂ ਹੈ। ਸਾਨੂੰ ਫਿਰ ਵੀ ਕਿਤੇ ਨਾ ਕਿਤੇ ਦਾਗ ਲੱਗ ਸਕਦਾ ਹੈ, ਕੋਈ ਨਾ ਕੋਈ ਗਲਤੀ ਹੋ ਸਕਦੀ ਆ, ਪਰ ਉਹ ਨੇ ਕਲੰਕ ਹੈ। ਉਹਦੇ ਵੱਲ ਕੋਈ ਉਂਗਲ ਕਾ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਟੀਕਾ ਟਿੱਪਣੀ ਨਹੀਂ ਕਰ ਸਕਦਾ।
सतगुरु पातशाह जी बख्शिश करते हैं, हे हरि वाहिगुरु सिखो ਉਹਨੂੰ ਸਿਮਰਿਆ ਕਰੋ। ਪਿੱਛੇ ਆਪਾਂ ਸਰਵਣ ਕੀਤਾ ਸੀ, ਇਹ ਨਾਨਕ ਉਹਨਾਂ ਤੋਂ ਬਲਿਹਾਰੇ ਜਾਂਦਾ ਹੈ ਜੋ ਤੈਨੂੰ ਸਿਮਰਦੇ ਹਨ, ਜਨ ਨਾਨਕ ਤਿਨ ਕੁਰਬਾਨਾ। ਪਰਮੇਸ਼ਰ ਦੇ ਬਾਰੇ ਦੱਸ ਕੇ ਫਿਰ ਅਗਲੀਆਂ ਪੌੜੀਆਂ ਵਿੱਚ ਸਤਿਗੁਰੂ ਸੰਗਤ ਵੱਲ ਸੰਬੋਧਨ ਹੋਏ ਆ, ਸਾਡੇ ਵੱਲ ਸੰਬੋਧਨ ਹੋਏ ਆ, ਸਾਨੂੰ ਸਮਝਾਉਂਦੇ ਨੇ ਸਿੱਖੋ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਜਿਨ੍ਹਾਂ ਨੇ ਹਰੀ ਨੂੰ ਸਿਮਰਿਆ, ਹਰੀ ਨੂੰ ਧਿਆਉਣਾ ਕੀਤਾ, ਉਹ ਮੁਕਤ ਹੋ ਗਏ, ਬੰਧਨਾਂ ਚੋਂ ਟੁੱਟ ਗਏ। ਤੇ ਗੁਰੂ ਪਿਆਰੋ ਸਾਇੰਟੀਫਿਕ ਢੰਗ ਦੇ ਨਾਲ ਇਹ ਬਾਣੀ ਰਚੀ ਗਈ ਆ। ਸਾਇੰਸ ਵੀ ਅੱਜ ਬਾਣੀ ਤੋਂ ਮਾਰਗਦਰਸ਼ਨ ਲੈਂਦੀ ਆ। ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਵੀ ਆਹ ਜਿਹੜਾ ਗੁਰਬਾਣੀ ਦਾ ਬਚਨ ਹੈ ਸਾਇੰਸ ਦੇ ਮੁਤਾਬਕ ਨਹੀਂ ਹੈ। ਤੋ ਮੁਕਤ ਤੋਂ ਭਾਵ ਕੀ ਹੈ? ਬੰਧਨ ਟੁੱਟ ਜਾਣੇ। ਤੇ ਕੀ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਕੀਤੀ ਹੈ? ਨਹੀਂ, ਇਹ ਬਾਣੀ ਤੈਨੂੰ ਜਿਉਂਦੇ ਜੀ ਮੁਕਤੀ ਕਰੇਗੀ, ਸ਼ਾਂਤੀ ਦੇਵੇਗੀ, ਚਿੰਤਾ ਖਤਮ ਕਰੇਗੀ। ਚਿੰਤਾਵਾਂ ਚੋਂ ਮੁਕਤੀ ਵੀ ਇੱਕ ਮੁਕਤੀ ਹੈ। ਸੰਸਾਰ ਦੇ ਧਰਮ ਦੇ ਮੁਖੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਉਸ ਮੁਕਤੀ ਦੀ ਗੱਲ ਕੀਤੀ ਜਿਹੜੀ ਮਰਨ ਤੋਂ ਬਾਅਦ ਦੀ ਗੱਲ ਕਰਦੇ ਆ। ਉਹ ਕਿਹਨੇ ਵੇਖੀ ਆ? ਬਾਣੀ ਤਾਂ ਅੱਜ ਤੇਰੇ ਜਿਉਂਦੇ ਜੀ ਮੁਕਤੀ ਦੀ ਗੱਲ ਕਰਦੀ ਆ। ਜਿਵੇਂ ਭਗਤ ਨਾਮਦੇਵ ਜੀ ਨੂੰ ਗੁਰੂ ਪਿਆਰਿਓ ਮੰਦਿਰ ਦੇ ਵਿੱਚੋਂ ਬਾਹਰ ਕੱਢ ਕੇ ਬਿਠਾ ਦਿੱਤਾ। ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਕੀ ਕਹਿ ਕੇ ਬਈ ਤੂੰ ਸ਼ੂਦਰ ਹੈ। ਤੇ ਭਗਤ ਜੀ ਆਪਣੀ ਲੋਈ ਪਰਨਾ ਚਾਦਰ ਚੱਕੀ ਤੇ ਬਾਹਰ ਜਾ ਕੇ ਬੈਠ ਗਏ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਮੰਦਰ ਦੇ ਪਿੱਛੇ ਜਾ ਕੇ ਬੈਠ ਗਏ ਤੇ ਨਾਲੇ ਪਰਮੇਸ਼ਰ ਨੂੰ ਮਿੱਠੇ ਮਿੱਠੇ ਬਚਨਾਂ 'ਚ ਪੁੱਛਦੇ ਆ ਵੀ ਕੀ ਗੱਲ ਮੈਂ ਸ਼ੂਦਰ ਕਿਵੇਂ ਹੋਇਆ? ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਮੈਂ ਤਾਂ ਤੇਰੇ ਨਾਲ ਪਿਆਰ 'ਚ ਆਇਆ ਸੀਗਾ ਤੇ ਮੈਨੂੰ ਪੱਢ ਕੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਭਗਤ ਕਰਤ ਨਾਮਾ ਪਕਰ ਉਠਾਇਆ, ਹੀਨੜੀ ਜਾਤ ਮੇਰੀ ਯਾਦ ਮਰਾਇਆ। ਛੀਪੇ ਕੇ ਜਨਮ ਕਾਹੇ ਕੋ ਆਇਆ। ਜੇ ਇੰਨਾ ਮਾੜਾ ਸੀ ਇਹ ਛੀਂਬਿਆਂ ਦਾ ਜਨਮ, ਤਾਂ ਫਿਰ ਜਾਂ ਤਾਂ ਮੈਨੂੰ ਭਗਤੀ ਨਾ ਦਿੰਦਾ, ਜਾਂ ਦਰਸ਼ਨ ਨਾ ਦਿੰਦਾ, ਤੇ ਜਾਂ ਫਿਰ ਦਰਸ਼ਨ ਦਿੱਤਾ ਤੇ ਇਹਦਾ ਮਤਲਬ ਇੰਨਾ ਮਾੜਾ ਨਹੀਂ ਹੈ ਮਨੁੱਖਾ ਜਨਮ, ਛੀਂਬਿਆਂ ਦਾ ਜਨਮ। ਇਹ ਤਾਂ ਬ੍ਰਾਹਮਣਾਂ ਨੇ ਬਣਾਇਆ ਹੈ। ਜਾਤਾਂ ਪਾਤਾਂ ਤਾਂ ਇੱਥੇ ਆ ਕੇ ਬਣੀਆਂ, ਉੱਥੋਂ ਤੱਕ ਮਨੁੱਖ ਆਇਆ ਹੈ। ਮਾਨਸ ਕੀ ਜਾਟ ਸਭੈ ਏਕੇ ਪਹਿਚਾਨਬੋ, ਕਰਤਾ ਕਰੀਮ ਸੋਈ ਰਾਜ ਕੇ ਰਹੀਮ ਹੋਈ। ਸਵਾਰਥੀ ਲੋਕਾਂ ਨੇ ਦੁਨੀਆ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਐਸੇ ਚੱਕਰਾਂ 'ਚ ਪਾਇਆ। ਉਹ ਚੱਕਰ ਬਾਣੀ ਨੇ ਕੱਢੇ ਆ ਸਾਡੇ। ਦੁਬਾਰਾ ਫਿਰ ਇੱਕ ਨਿਸ਼ਾਨ ਸਾਹਿਬ ਥੱਲੇ ਲਿਆ ਕੇ ਸਭ ਨੂੰ ਸਿੰਘ ਬਣਾ ਦਿੱਤਾ। ਦੱਸ ਦਿੱਤਾ ਕਿ ਸਾਰੇ ਇੱਕ ਮਨੁੱਖ ਹਨ, ਏਕਤਾ ਹੈ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਭਗਤ ਜੀ ਪਿੱਛੇ ਜਾ ਕੇ ਬੈਠ ਗਏ, ਫਿਰ ਬੈਠ ਕੇ ਪਰਮੇਸ਼ਰ ਨੂੰ ਕਹਿੰਦੇ ਹਨ, ਹੀਨੜੀ ਯਾਦ ਮੇਰੀ ਯਾਦ ਮਰਾਇਆ। ਉਹ ਯਾਦਵਾਂ ਦੇ ਮਾਲਕਾ, ਉਹ ਕ੍ਰਿਸ਼ਨ ਜੀ ਨੂੰ ਜ਼ਿਆਦਾ ਪਿਆਰ ਕਰਦੇ ਸਨ। ਅਵਤਾਰ ਸਾਰੇ ਪਰਮੇਸ਼ਰ ਦੇ ਹੀ ਆ। ਤੋ ਕ੍ਰਿਸ਼ਨ ਜੀ ਯਾਦਵਾਂ ਵਿੱਚ ਪੈਦਾ ਹੋਏ ਆ। ਤੋ ਯਾਦਵਾਂ ਦੇ ਰਾਜੇ ਵੀ ਆ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ। ਕਹਿੰਦੇ ਉਹ ਯਾਦਵਾਂ ਦੇ ਮਾਲਕ ਆ। ਆਹ ਕੀ ਗੱਲ ਬਣੀ ਵੀ ਮੈਨੂੰ ਬਾਹੋਂ ਫੜ ਕੇ ਬਾਹਰ ਕੱਢਤਾ? ਮੈਂ ਇੰਨਾ ਮਾੜਾ? ਹੀਨੜੀ ਯਾਦ ਮੇਰੀ ਯਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਪੰਡੀਆ ਮੋਕੋ ਢੇੜ ਕਹਿਤ ਹੈ। ਢੇੜ ਸ਼ੂਦਰ, ਢੇੜ ਸਾਡਾ ਮਾਲਵੇ ਦਾ ਸ਼ਬਦ ਹੈ, ਬਹੁਤ ਵਧੀਆ ਸਪਸ਼ਟ। ਇਹ ਪੰਡੀਆ ਮੈਨੂੰ, ਪੰਡਤ ਲੋਕ ਮੈਨੂੰ ਨੀਚ ਕਹਿੰਦੇ ਆ, ਢੇੜ ਕਹਿੰਦੇ ਆ। ਇਹ ਪੰਡੀਆ ਮੋਕੋ ਢੇੜ ਕਹਿਤ ਹੈ। ਤੇਰੀ ਪੈਜ ਪਛਾਉਂਦੀ ਹੋਏ ਲਾ,
ਤੇ ਭਗਤ ਮੈਂ ਤੇਰਾ ਕਹਾਉਣਾ, ਜੇ ਕੋਈ ਬੱਚੇ ਨੂੰ ਮਾੜਾ ਕਹੇ ਤੇ ਉਹਦੇ ਪਿਓ ਨੂੰ ਵੀ ਤਾਂ ਲਾਜ ਲੱਗਦੀ ਹੈ ਨਾ। ਤੇ ਭਗਤ ਜੀ ਕਹਿੰਦੇ ਮੈਨੂੰ ਢੇਡ ਕਹਿੰਦੇ ਆ ਤਾਂ ਮਤਲਬ ਤੂੰ ਵੀ ਢੇਡ ਹੀ ਹੋਏਗਾ। ਫਿਰ ਇਹ ਪੰਡੀਆ ਮੋਕੋ ਢੇਡ ਕਹਿਤਾ, ਤੈਨੂੰ ਵੀ ਲਾਜ ਲੱਗਦੀ ਆ, ਤੇਰੀ ਪੈਜ ਪਛਾਉਂਦੀ ਹੋਏ ਲਾ। ਤੂੰ ਜੋ ਦਿਆਰ ਅਪਾਰ ਕਿਰਪਾਲ ਕਈ ਅਤਹਿ ਅਤਪੁਜ ਭਇਓ ਅਪਾਰਲਾ। ਮੈਂ ਸੁਣਿਆ ਤੇਰੀਆਂ ਬੜੀਆਂ ਲੰਮੀਆਂ ਬਾਹਾਂ। ਜਿਵੇਂ ਆਮ ਕਹਾਵਤ ਹੈ, ਕਾਨੂੰਨ ਦੇ ਹੱਥ ਬੜੇ ਲੰਮੇ ਆ, ਪਰਮੇਸ਼ਰ ਦੇ ਉਦੋਂ ਵੀ ਲੰਮੇ ਆ। ਕਹੋ ਸਤਨਾਮ ਸ੍ਰੀ। ਤੇਰੀਆਂ ਬਾਹਾਂ ਬੜੀਆਂ ਲੰਮੀਆਂ। ਤੂੰ ਜੋ ਦਿਆਰ ਅਪਾਰ ਕਿਰਪਾਲ ਕਈ ਅਤਹਿ ਅਤਪੁਜ ਭਇਓ ਅਪਾਰਲਾ। ਤੇ ਫਿਰ ਕੀ ਹੋਇਆ ਜਦੋਂ ਪਰਮੇਸ਼ਰ ਨੂੰ ਇੱਦਾਂ ਬੇਨਤੀਆਂ ਕੀਤੀਆਂ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਲੇ ਕੋਇਲਾ। ਮਰਨ ਤੋਂ ਬਾਅਦ ਜਿਹੜੀ ਮੁਕਤੀ ਆ ਉਹਨੂੰ ਕਿਹਨੇ ਵੇਖਿਆ? ਆਹ ਤਜਰਬਾ ਹੁਣ ਦਿਖਾ ਇੱਥੇ ਮੁਕਤੀ ਹੁੰਦੀ ਕੀ ਆ। ਸ਼ੂਦਰ ਪਣੇ ਚੋਂ ਨੀਚ ਪੁਣੇ ਚੋਂ ਜਿਹੜਾ ਬਾਹਮਣ ਨੇ ਬਣਾਇਆ ਸੀ ਉਹ ਚੋਂ ਮੁਕਤ ਕਰ ਦਿੱਤੇ ਭਗਤ ਰਵਿਦਾਸ ਵਰਗੇ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ। ਇਹਨਾਂ 15 ਭਗਤਾਂ ਨੂੰ ਜਿਨ੍ਹਾਂ ਨੂੰ ਨੀਚ ਸ਼ੂਦਰ ਕਹਿ ਕੇ ਫਟਕਾਰਿਆ ਜਾਂਦਾ ਸੀਗਾ, ਬਾਪੂ ਨਾਨਕ ਨੇ ਗੋਦ ਵਿੱਚ ਲੈ ਕੇ ਦੱਸਤਾ ਕਿ ਇਹ ਵੀ ਮੇਰੇ ਪੁੱਤਰ ਹੈ। ਕਹੋ ਸਤਨਾਮ ਸ੍ਰੀ। ਇਹ ਵੀ ਮੇਰੇ ਬੱਚੇ ਹੈ, ਘੱਟ ਨਹੀਂ ਹੈਗੇ। ਇਹ ਵੀ ਪਰਮੇਸ਼ਰ ਦੇ ਇਹੀ ਰੂਪ ਹਨ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਇਹ ਪੰਡੀਆ ਮੋਕੋ ਢੇਡ ਕਹਿਤਾ, ਤੇਰੀ ਪੈਜ ਪਛਾਉਂਦੀ ਹੋਏ ਲਾ। ਤੂੰ ਜੋ ਦਿਆਰ ਅਪਾਰ ਕਿਰਪਾਲ ਕਈ ਅਤੈ ਅਤਪੁਜ ਭਇਓ ਅਪਾਰਲਾ। ਤੇ ਫਿਰ ਕੀ ਹੋਇਆ? ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਪਰਮੇਸ਼ਰ ਨੇ ਮੰਦਰ ਦਾ ਮੂੰਹ ਹੀ ਘੁਮਾ ਕੇ ਭਗਤ ਜੀ ਵੱਲ ਕਰ ਦਿੱਤਾ ਤੇ ਪੰਡਤਾਂ ਨੂੰ ਪਿੱਛੇ ਕਰ ਦਿੱਤਾ। ਇਹ ਬਾਣੀ 'ਚ ਲਿਖੇ ਹੋਏ ਬਚਨ ਹੈ, ਲੋਹੇ ਤੇ ਲਕੀਰ ਹੈ, ਸਤਿਗੁਰਾਂ ਨੇ ਲਿਖੇ ਨੇ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਉਂਦੇ ਜੀ ਮੁਕਤੀ ਕਰਦੀ ਆ ਬਾਣੀ। ਸਾਨੂੰ ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਟੈਨਸ਼ਨਾਂ ਹੈ ਤੇ ਬਾਣੀ ਦੇ ਵਿੱਚ ਸਾਡੇ ਹਰ ਚਿੰਤਾ ਦਾ ਹੱਲ ਹੈ, ਸੁਜੈਸ਼ਨ ਹੈ, ਸਲਾਹ ਮਸ਼ਵਰਾ ਹੈ ਗੁਰੂ ਦੇ ਵੱਲੋਂ ਦਿੱਤਾ ਹੋਇਆ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੀ ਹੈ, ਜਲ ਮੈਂ ਜੰਤੀ ਉਪਾਇਨ ਤਿਨਾ ਪੇ ਰੋਜੀ ਦੇ ਖੈਰ। ਜਿਹੜੇ ਉਸ ਨੂੰ ਸਿਮਰਦੇ ਹਨ ਉਹ ਚਿੰਤਾਵਾਂ ਚੋਂ, ਟੈਨਸ਼ਨਾਂ ਚੋਂ, ਮੋਹ ਮਮਤਾ ਚੋਂ, ਵਿਸ਼ੇ ਵਿਕਾਰਾਂ ਚੋਂ ਮੁਕਤ ਹੋ ਜਾਂਦੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਪਹਿਲਾਂ ਵੀ ਮੁਕਤ ਹੋਏ ਆ ਬਹੁਤ। 2 ਵਾਰੀ ਸ਼ਬਦ ਲਿਖਿਆ ਨਾ, ਸੇ ਮੁਕਤ। ਜਿਨ੍ਹਾਂ ਨੇ ਪਹਿਲਾਂ ਸਿਮਰਿਆ ਉਹਨਾਂ ਨੂੰ ਵੀ ਮੁਕਤ ਕੀਤਾ। ਜਿਹੜੇ ਅੱਗੇ ਸਿਮਰਨਗੇ ਉਹਨਾਂ ਨੂੰ ਵੀ ਇਹ ਬਾਣੀ, ਗੁਰੂ ਦਾ ਨਾਮ ਮੁਕਤੀ ਦੇਣ ਵਾਲਾ ਹੈ। ਇੱਥੇ ਹੀ ਮੁਕਤ ਕਰਦਾ ਹੈ। ਗਾਹਾਂ ਦੀ ਗੱਲ ਨਹੀਂ ਕੀਤੀ ਬਾਣੀ ਨੇ, ਪ੍ਰਤੱਖਤਾ ਦੀ ਗੱਲ ਕੀਤੀ ਹੈ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ। ਉਹ ਇੱਥੋਂ ਹੀ ਗੁਰੂ ਪਿਆਰਿਓ ਮੁਕਤ ਹੋ ਕੇ ਜਾਂਦੇ ਹਨ। ਉਹਨਾਂ ਨੂੰ ਰੇ ਦਰਗਹਿ ਕਹੈ ਨ ਕਉ। ਆਓ ਬੈਠ ਆਦਰ ਸੁਭ ਦਿਓ। ਕੋਈ ਪਰਮੇਸ਼ਰ ਦਾ ਪਿਆਰਾ ਹੋਵੇ, ਪਰਮੇਸ਼ਰ ਦਾ ਨਾਮ ਜਪਣ ਵਾਲਾ ਹੋਵੇ ਤੇ ਸਾਨੂੰ ਪਤਾ ਹੋਵੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇੱਥੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਇਸੇ ਤਰ੍ਹਾਂ ਦੂਜੇ ਲੋਕਾਂ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਰੇ ਦਰਗਹਿ ਕਹੈ ਨ ਕਉ। ਆਓ ਬੈਠ ਆਦਰ ਸ਼ੁਭ ਦਿਓ। ਜਾਂ ਇਉਂ ਵੀ ਲਿਖਿਆ ਹੈ, ਧੰਨ ਧੰਨ ਸ਼੍ਰੀ ਗੁਰੂ ਪਾਤਸ਼ਾਹ ਜੀ ਨੇ ਧਰਮ ਰਾਏ ਐਸੇ ਚਵੈ ਕੀਤੋ ਭਵਨ ਪੁਨੀਤ। ਧਰਮਰਾਜ ਵੀ ਇਉਂ ਕਹਿੰਦਾ ਕਿ ਆਓ ਮਹਾਰਾਜ ਬੜੀ ਕਿਰਪਾ ਕੀਤੀ, ਸਾਡਾ ਘਰ ਵੀ ਪਵਿੱਤਰ ਕਰ ਦਿੱਤਾ। ਇਹ ਨਾਮ ਦੀ ਮਹਿਮਾ ਹੈ। ਜਿਨ੍ਹਾਂ ਨੇ ਉਸ ਨਾਮ ਨੂੰ ਜਪਿਆ ਉਹਨਾਂ ਦੀਆਂ ਮੋਹ ਮਮਤਾ ਦੀਆਂ, ਵਿਸ਼ੇ ਵਿਕਾਰਾਂ ਦੀਆਂ, ਨਸ਼ਿਆਂ ਦੀਆਂ, ਨਸ਼ੇ ਵੀ ਇੱਕ ਬੰਧਨ ਹੈ ਨਾ, ਪਤਾ ਨਹੀਂ ਕਿੰਨੇ ਬੰਧਨ ਪਏ ਹੋਏ ਆ ਮਨੁੱਖ ਨੂੰ। ਸਤਿਗੁਰਾਂ ਨੇ ਸਿੱਖ ਨੂੰ ਜਿਹੜਾ ਹੈ ਆਜ਼ਾਦ ਬਣਾਇਆ ਹੈ। ਨਸ਼ਾ ਖਾਣ ਵਾਲਾ ਤੜਕੇ ਸਦੇਹਾਂ ਦਾ ਉੱਠ ਕੇ ਆਨੰਦ ਨਹੀਂ ਮਾਣ ਸਕਦਾ, ਪਰ ਸਿੱਖ ਨੂੰ ਇਹਨਾਂ ਨਸ਼ਿਆਂ ਤੋਂ ਵੀ ਮੁਕਤ ਰੱਖਿਆ ਸਤਿਗੁਰਾਂ ਨੇ। ਇੱਥੋਂ ਤੱਕ ਕਿ ਬੱਜਰ ਕੁਰੈਤਾ ਕਹਿ ਕੇ ਇਹਨਾਂ ਨੂੰ ਦੂਰ ਕੀਤਾ ਸਿੱਖ ਤੋਂ। ਕਦੇ ਵੀ ਸਿੱਖ ਮੇਰਾ ਤਮਾਕੂ ਨੂੰ, ਨਸ਼ਿਆਂ ਨੂੰ ਹੱਥ ਨਹੀਂ ਲਾਵੇਗਾ। ਜਿਹੜਾ ਲਾਉਂਦਾ ਇਹ ਬਹੁਤ ਵੱਡੀ ਗਲਤੀ ਹੈ। ਬੱਜਰ ਕੁਰੈਤ ਹੈ, ਨਾ ਬਖਸ਼ੀ ਜੋਗ।
ना बख्शी जाने वाली गलती है। इस करके सतगुरु पातशाह जी कहते उन्हां नूं बाणी मुक्त करदी है। जिहड़ा गुरमत अनुसार चलेगा वो इन्हां चीज़ों तो मुक्त होवेगा। तो जिन्हां ने उन्हां नूं ध्याया, जिहड़े ध्याउणगे वो मुक्त हो जाणगे। उन्हां दीयां जमां दीयां फांसियां भी कट्टियां जाणगीਆਂ। सतगुरु पातशाह जी कहते वो मुक्त हो गए। उन्हां दी जमन मरण की फांसी कट्टी गई, टुट गई। ज्यों जल में जल आए कटाना, त्यों ज्योति संग जोत समाना, इउं परमेश्वर दे विच मिल गए। कौन? जिन निरभौ, जिन हर निरभौ ध्याया जी। किसे मनुख दी किसे अफसर दे नाल दोस्ती है। जिहड़े उस अफसर तो छोटे अफसर है उन्हां तो तां ओह नहीं डरदा, पर जिहड़े वो तो वड्डे अफसर हैं उन्हां तो फिर भी वो डरदा, फिर बंधन च है। क्योंकि सारी दुनिया किसी ना किसी तो कोई ना कोई डरदा है। जनता डरदी है तो राजे भी डरदे हैं। जे नहीं कोई डरदा तो वो केवल परमेश्वर है। तो गुरसिੱਖੀ का जिहड़ा इतिहास है इस गल नाल भरिया पिया है कि जिन्हां ने सिमरन किया, परमेश्वर नाल जुड़ना किया, वो ऐसे निरभव हो गए कि उन्होंने कोई डरा नहीं सकिया। तो जे उन्होंने दे जीवन में वेख्या जाए तो पता लग्या भी उन्होंने सिमरन बहुत किया सी, ताइयों नहीं डरे। वो पिछले समयां दे कोई लम्मा समा नहीं होया, भाई तारू सिंह वर्गे, भाई मती दास, सती दास, भाई मनी सिंह, बाबा दीप सिंह जी, और ए संसार दे ए 20वीं सदी दे महान संत जरनैल सिंह जी। जून का महीना आ रहा है, इसे जून के महीने में 5वें पातशाह जी की शहीदी भी हुई। तो दुश्मनों ने, सरकारां ने इसे जून के महीने में फिर अटैक करने वास्ते वरतिया। 6 जून को वो दिहाड़ा आ रहा। तो इस करके गुरु प्यारे हो, पर वेखते हैं आप इतिहास सामने है, छुपिया नहीं किसी तो। हरमंदर साहब के बाहर भारत की, हिंदुस्तान की वो फौज है जिहड़ी किसी वड्डे देश नाल टाकरा लै सकती है, पर उस फौज ने हरमंदर साहब नाल टाकरा लिया। तो हरमंदर साहब दे विच बैठा संत, भजन बंदगी करने वाला संत जरनैल सिंह, जिस दे नाल टाकरा लैके उन्होंने गुरु प्यारे हो पछताउणा किया। जिहड़े उत्थों तुरे सन कि असीं जान सारी बाहों फड़ लियावांगे संत जरनैल सिंह नूं, पर जदों ही परिक्रमा दे विचों सारे उतरे, उन्होंने लगभग 2200 फौज ड्योढ़ी तो अंदर वाड़ दिती आ, बाजार वाले पासियों। जदों परिक्रमा दे विच इकट्ठे होए तो वह हैरान हो गए भी उत्थे परिक्रमा दे विच ही वह भुज भुज के डिगन लगे। कित्थों गोलियां आ रही, कित्थों तड़फ रहे ने, मरन लगे। इस करके ये ताकत सिमरन दी है। इनू बुद्धि की ताकत ना कहो, केवल इस सिमरन ही सानू ज्ञान दिंदा है। जिहड़े कहंदे सी जानसार फड़ लियावांगे, उन्हां नूं गुरु प्यारिओ 4 तरीक तो लैके 6 तरीक तक 2-3 दिन लग गए। जिन्हां ने बड़ियां अपनियां बुद्धि दीयां तरकीबां वरतियां सी, उन्हां दी उत्थे कोई तरकीब नहीं चली। भावें कि शहीदी हुई है, शहीदी तो होनी है, ये शरीर सदा नहीं रहने। पर यह गल दसदी है कि सिमरन की ताकत दे नाल वो इन्ने निरभव हो जाते हैं कि उन्होंने कोई डरा नहीं सकता। जिन निरभव, जिन हर निरभव ध्याया जी, जिहड़े निरभव हो गए। भाई तारू सिंह जी उस मौके जदों खालसा जंगलों में रहिंदा सी, ते भाई तारू सिंह जी गुरु नानक जी का चलाया होया लंगर चलाउंदे सी। हुण भी चलिया करोना वेले लंगर छकाउण वालियां ने यह तो नहीं पूछया तू कौन है, सिख है कि हिंदू है कि मुसलमान है, तू कौन है, भई है कि बिहारी है कि यूपी वाला है।
भाई तारू सिंह जी का लंगर भी उसी तरह चलता सीगा। गुरु घर च लंगर चलता ही है, इत्थे कोई भी आके बेच सके, कोई जवाब नहीं है। पर गुरु प्यारिओ उन्हां समयां दे विच मुगल सरकारां ने सिखां नूं खत्म करन दी सोची हुई सी, ते इस भाई तारू सिंह दे लंगर दी भी किसी ने खुफिया इतलाह दे दित्ती है कि वह सिखां नूं लंगर छकाउंदा है। वह तां सब नूं छकाउंदे आ सिख तां। और अज बाहरले देशां दे ट्रंप वर्गे, ट्रोडू वर्गियां ने अते होर सारे देशों के ही राजियां ने, प्रधानमंत्रियों ने मन्निया कि यार गुरु घर तो हरेक शहर में, हरेक देश में होने चाहिए। क्योंकि देख लिया भी गुरु नानक का जिहड़ा सिख इज्म है ये सर्ब साझा है, मानस की जात नूं पछाणन वाला है। मानस की जात सब है एक है पहचान वो, करता करीम सोई राज कर रहीम होई, दूसरों ना भेद कोई भूल भरम मानवो। ये तो हर थां ते होना चाहिए। देखो किस तरह सरकारां ने भी, बाहरले देशों दी सरकारां ने बहुत धन्नवाद किया, बल्कि गुरु घरां दीयां परिक्रमा कीतियां उन्होंने सत्कार विच आके। बंगला साहिब दी बाहरले देशों वालियां ने, ट्रंप की फौज ने भी, ट्रूडो की फौज ने भी। कहण तो भाव है कि सरकार नूं, संसार नूं वेख के पता लगदा सच की है। ते भाई तारू सिंह भी इस तरह ही आज़ाद लंगर चला रहा है। मौके दीयां सरकारां ने उन्हां नूं बहाना बना के फड़ लिया, कैद कर लिया, और उसनूं सिੱਖੀ धर्म तो पतित करने वास्ते उन्होंने केस कट्टण की सलाह की है। ते भाई तारू सिंह ने अरदास की, पातशाह सीस भावें कट्टिया जावे, कृपा करो सिੱਖੀ निभा दिओ। ते सतगुर ने भी ऐसी कृपा की। उस वेले भाई तारू सिंह दे केस नहीं कट सकी सरकार, उन्हां दे जलाद, उन्हां दे नाई। ये सतगुर नूं पता कि उत्थे की कौतक वरती, उन्हां नूं की दिखाई दिता तारू सिंह विच। तारू सिंह दे केस नहीं कट सके। सरकार नूं जवाब मिलिया, मुगल सरकार नूं भी असीं केस नहीं कट सकते इस दे। वो कहन लग्या केस नहीं कर सकते, कारण वो कहने बस कारण कुछ भी है, असीं केसां नूं हथ ला ही नहीं सकते, साथों लगता ही नहीं। कहने फिर खोपड़ी ला दिओ मत्थे कोलों। कहने हाँ ये ठीक है। तो जब भाई तारू सिंह नूं पता लग्या भी केस मेरे हुण नहीं कट्टे जाणगे, खोपड़ी लाउणगे, फिर उन्हें शुक्रिया किया, शुक्र है महाराज एक ठीक है, तुहाडा बचन पुग गया, जिउंदे जिउंदे मेरे सीस तो केस ना लहन। खोपड़ी कट्टी जावे, गला कट्टिया जावे, बंद बंद कट्टिया जावे, मैनू कोई फिक्र नहीं, पर सिੱਖੀ निभ जावे। वो दुष्ट भाई तारू सिंह नूं सिੱਖੀ तो पतित नहीं कर सके। खोपड़ी ला दी है, चौंकड़ा मार के सिंह बैठा है। और गुरु प्यारिओ इधर भाई तारू सिंह ने खोपड़ी ला के जाप शुरू कर दिता है सिर तो। खोपड़ी लथी हुई है, हिसाब ला लो। अजकल बड़ा इंतजाम किया जाता है, जे दिमाग का ऑपरेशन करना पे जी, किधरे सवास लाए जाते, ऑक्सीजन लाई जाती है, कितने मर ना जाए, उधरों पूरी एहतियात डॉक्टर वरतते हैं, 5-5 6-6 डॉक्टर रल के टीम इलाज करती है भी दिमाग का काम आ। तो उस वेले कोई डॉक्टर तो नहीं सी ना, रंबियां दे नाल थोड़े दे नाल सट मार के इत्थों खोपड़ी वड्डी गई, तोड़ी गई। पर फिर भी सिंह जिहड़ा है 22 दिन जपजी साहब का पाठ करके उत्थे बैठा रहा, करदा रहा। संगी साथी तो भाई तारू सिंह दे भी सीगे। ते भाई तारू सिंह जी गुरु प्यारिओ चौंकड़ा मार के बैठा है, जाप चल रहा, सिमरन चल रहा है, शरीर नहीं छुटिया, खोपड़ी ला के पासे रख दी है समेत केसां दे। पर परमेश्वर ने उस वेले उस मौके दे मुगल राजे नूं सज़ा देण दे वास्ते गुरु प्यारिओ जिसने यह काम कीता सीगा उसनूं बाथरूम का बंद पा दिता। पेट आफर गया, पानी भर गया, निकलदा नहीं किसी पासे दी। बड़ियां दवाइयां लईयां, बड़ी वैद सदे,
पर ਉਹਦਾ ਬੰਨ ਨਾ ਖੁੱਲਿਆ ਤੇ ਅਖੀਰ ਉਹਦੇ ਵਜ਼ੀਰਾਂ ਨੇ ਸਲਾਹ ਦਿੱਤੀ ਕਿ ਰਾਜਾ ਸਾਹਿਬ ਤੁਸੀਂ ਐਵੇਂ ਕਿਸੇ ਦੀ ਮਾੜੀ ਜੀ ਸ਼ਿਕਾਇਤ ਤੇ ਸਿੱਖ ਨੂੰ ਦੁੱਖ ਦਿੱਤਾ, ਹੁਣ ਉਹ ਤੋਂ ਮਾਫੀ ਮੰਗੇ ਬਿਨਾਂ ਤੁਹਾਡੀ ਜਾਨ ਛੁੱਟਣੀ ਨਹੀਂ। ਤੇ ਗੁਰੂ ਪਿਆਰਿਓ ਕਹਿਣ ਲੱਗਿਆ ਜਾਓ ਤਾਰੂ ਸਿੰਘ ਤੋਂ ਮੇਰੇ ਵੱਲੋਂ ਮਾਫੀ ਮੰਗ ਲਓ, ਮੈਨੂੰ ਮਾਫ ਕਰ ਦੇ, ਗਲਤੀ ਹੋ ਗਈ। जब उस दे वजीरां ने आके सिखां नूं बेनती की, सिखां नूं नाल लैके भाई तारू सिंह नूं बेनती की कि महाराज माफ़ कर दिओ, ते भाई तारू सिंह जी सह सुभा कहन लगे माफ़ करूगी जुत्ती, जुत्ती माफ़ कर दी है हुण मेरी, उन्होंने जुत्तियां मारो दे। साध जे बोले सह सुभाए, साध कोई भगवे नीले काले वाला नहीं हुंदागा। एक गृहस्थी भी, एक खेतीबाड़ी करने वाला जिमीदार भी साध हो सकता है जी, ਉਹਦੀ ਕਿਰਤ सच्ची सुची है। कहो सतनाम श्री, किरत सच सुची है सिंह दी, ਇਹਦੇ ਮੁਖ ਚੋਂ ਨਿਕਲਿਆ ਵਚਨ ਵੀ ਪੂਰਾ ਹੋਣਾ ਸੀ, ਕਿਉਂਕਿ ਇਸ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਦੁਸ਼ਟਾ ਤੈਨੂੰ ਜੁੱਤੀ ਦੇ ਮੂਹਰੇ ਲਾ ਕੇ ਲਿਜਾਊਂਗਾ, ਤੇ ਹੁਕਮ ਹੋਇਆ ਜੁੱਤੀ ਮਾਰੋ ਉਹਦੇ। ਕਹਿੰਦੇ ਜੀ ਤਾਰੂ ਸਿੰਘ ਤਾਂ ਇਦਾਂ ਕਹਿੰਦਾ ਵੀ ਜੁੱਤੀ ਮਾਰੋ, डरदा थोड़ा ही है तारू सिंह। जिन निरभौ जिन हर निरभौ ध्याया जी, तिनका भौ सब गवासी। जिन्हां ने दुनिया दे विच आ करके उस निरभौ परमेश्वर नूं, परमात्मा नूं सिमरना कीता, उन्हां दा सारा जिहड़ा दुख है, भौ है, डर है, वो खत्म हो गया। कहंदे लिओ भाई जुत्ती मार के देख लो, सिख दा बचन है, शायद पूरा हो जाए। भाई तारू सिंह जी की एक जुत्ती लै गए चमड़े की, और लिजा करके उस दुष्ट के सिर विच मारी। थोड़ा जिहा बाथरूम आया, कहंदी आउंदा आउंदा मारो मारो, पर फिर बंद हो गया। तो जदों जुत्ती वजदी है उदों थोड़ा जिहा आउंदा, फिर रुक जाता है, तो उहदे सिर में जुत्ती वजनी शुरू हुई, क्योंकि इधरों पेट का दुख भी बड़ा भयानक है, आफरिया पिया, कसिया पिया, तनिया पिया, खुलदा नहीं। तो आप कहता कि मेरे सिर में जुत्तियां मारो, उहदे सिर में जुत्ती वजदी वजदी आखिर उहदी दुष्ट की खोपड़ी भी फुट गई। प्रीतम का बचन इत्थे सानू सुजैसन दिंदा, सलाह दिंदा है कि पर का बुरा ना राखो चीत, तुमको दुख नहीं पाई मीत। तुसी किसी का बुरा ना सोचो, तुहाडा कदे बुरा नहीं होएगा, नहीं तो फिर जैसे को तैसा मिलता ही मिलता है, कर्मां दा फल। कहो सतनाम श्री। ओदी भी खोपड़ी फुट गई। उन्हां 22 दिनां दे विच भाई तारू सिंह बैठा सिमन करदा रहा, ते ओदे जुत्तियां पैंदियां रहियां, ओदी खोपड़ी फुट गई, ते आखिर बाथरूम तां नहीं खुलिया, बन पूरा नहीं खुलिया। जदों वजदी है बस उदों ही भोरा काउंदा, फिर रुक जाता है। तो अखीर गुरु प्यारिओ वो दुष्ट प्राण ते आ गया, तो फिर भाई साहब ने शरीर छड्डिया। इस करके ये ताकत सतगुरु रामदास महाराज जी रहरास जी के शब्द सो पुरख निरंजन हर पुरख निरंजन की तीजी पौड़ी विच दिंदे हन कि जिन्हां ने उस निरभौ नूं सिमरिया वो भी निरभौ हो गए, क्योंकि जैसा सेव है तैसा होए। जिहो जिहनूं सिमरोगे तुसीं उहो जी बन जाओगे। संगत जैसी संगत वैसी रंगत, जिन निरभौ जिन हर निरभौ ध्याया जी, तिनका भौ सब गवासी। जिन सेविया मेरा हर जी। जिन्हां ने सेवा की, सिमरन किया। सेवन का दो अर्थ है। जे सेव नूं अंग्रेजी च अर्थ करिए तो की हुंदा है? ग्रहण करना, स्टोर करना, सेव करना, स्टोर करना। जिन्हां ने परमेश्वर के नाम नूं अपने बुद्धि विच स्टोर किया है, इकट्ठा किया है, भाव जिन्हां ने वध तो वध सिमरन किया है। को सतनाम स्टोर ही करदे आ ना। ये स्टोर किया होया नाम का खजाना सिख दे नाल जाना है, नाम जपण वाले दे नाल जाना है। पातशाह का बचन है बाणी च, जय महाभयान तब तबो काम तै हर के नाम की तुम ऊपर शाम। जिथे तैनू धुप लगनी है
दुख मिलना है, उत्थे हरि दे नाम ने छां करनी है। जिथे तैनूं प्यास लगनी है उन्हें तेरे वास्ते जल बन जाना है, जिथे भुख लगनी है उन्हें तोसा बन जाना है। जे मार के गणे जाहे ना कोसा, दुनिया कहती है, हिंदू मत के ग्रंथां च लिखे है, कहते ये जीव आत्मा जदों परमेश्वर वल जाती है मरण तो बाद, कहते इस नूं साल भर लग जाता। छेवें पातशाह की हजूरी विच बैठा ना, एक पंडित रोज़ कथा सुणाउंदा सीगा। जदों आपदे वेदां ग्रंथां की कथा करदा करदा एक दिन इस गल ते आया, कहंदा भी एक साल बाद जिहड़ी आत्मा रूह है परमेश्वर कोले पहुँचदी है, धर्मराज कोल जांदी है, फिर इहदा हिसाब किताब हुंदा है। सतगुरां दे मूहरे 4 सिख बैठे, वो भी सुणदे सीगे। ਉਹਦੀ ਇਹ ਗੱਲ सुन के एक सिख ने तरक किया, दूजे सिख ਨੂੰ कहना यार गल सुन भाई साहब, ये ब्राह्मण झूठ बोली जाता है। कहने साल लगता है? कहना हाँ यार लगता तो है। कहना 4 पहरां विच आत्मा जिहड़ी है परमेश्वर कोले पहुँच जाती है। और दूजा कहना नहीं नहीं तू भी गलत हैगा, एक पैर वाधू है इस आत्मा नूं उत्थे पहुँचण दे, क्योंकि जिन्हां ने जिन्नी क गहराई प्राप्त की है उन्ना की दसणगे। नानक जी कहंदे पताला पताल लख आगासा आगास, मुसलमान वीर कहंदे आ 7 पताल ते 7 आकाश। ते उन्हां दा पीर कहंदा भी ये की गल, साडे तां इन्ने आ तुहाडे इन्ने किवें कहते? बाबा जी कहते उन्होंने उन्ना देखिया, मैं इन्ना वेखिया, जिन्हें जिन्ना वेखिया उन्हें दसूगा। हुण एक सिंह कहन लग्या, छेवें पातशाह जी का सिख कहना 4 पैर, दूजा कहना नहीं 1 पैर, तीजा कहन लग्या यार 1 पैर भी बहुत है। शरीर छड्दियां ही नाम जपण वालियां रूहां सीधियां परमेश्वर कोल चलियां जांदियां। चौथा कहना यार धर्मराज वाले पासे जाण की लोड़ ही नहीं पैंदी कि जिहड़े नाम जपदे है। ब्राह्मण कहन लग्या जी तुहाडे सिख की कह रहे ने, ये झूठ बोलते हैं? कहने झूठ नहीं बोलते, तू भी झूठ नहीं बोलता, तेरे वेद भी ठीक है। जिन्हां ने नाम नहीं जपे वो भटकते रहंदे आ, साल की पता नहीं हज़ारां सैकड़े अरबां खरबां साल भटकते रहंदे आ, नहीं पहुँचते। वो नाम जपण वाले अगले ही क्षण परमेश्वर विच मिल जाते हैं। जिहड़े नाम जपदे न वो उस रस्ते नहीं जाते, जिहड़े रस्ते जिह मार्ग लूटी परिहारी, जिस रस्ते आह संसारी लोग लुटे जा रहे हैं, ते मार्ग संतन दुरारी। नाम जपण वाले उस रस्ते नहीं जाते, उन्होंने रस्ता ही होर है, वो तो एक क्षण में चले जाते हैं। उदाहरण के तौर पर दरखत की टीसी ते फल लग्या होया है, उन्होंने 2 जने प्राप्त कर देन, एक तो कीड़ी प्राप्त करती है, दूजा पंछी उड्डण वाला। दसो पहला किहड़ा गया? कहो सतनाम श्री। कीड़ी थल्लियों मुड़ तो चढ़ूगी, कई बार डिगू कई बार चढ़ू, तो पंछी ने डारी लाई 1 मिनट में उत्थे पहुँच गया। नाम जपण वाले तो पंछी की न्याई चले जाते हैं, कहो सतनाम श्री। ते दूजे कीड़ी की न्याई कई बारी डिगते हैं, कई बारी चढ़ते हैं, कहो सतनाम श्री। जिन सेविया मेरा हर जी, जिन्हां ने उस परमेश्वर के नाम नू सिमरना किया, सेवा की, ते हर हर रूप समासी, वो तुरंत ही हरि विच मिल के उहदा रूप हो जाते, वो जिउंदे ही हरि हो जाते हैं। हर का सेवक सो हर जेहा, भेद न जानो मानस देहा। हर हर जान दोए एक है, बिब विचार कछ नाही, जलते उपज तरंग ज्यों जल ही विखे समाही। वो तो इत्थे रहिंदे ही हरी हो जाते आ, कहो सतनाम श्री। वो तो मातलोक विचरदियां ही उन्हां दे विच हरी दा वासा हो जाता है, ते शरीर छड्ड के हरी विच कमिक हो जाते हैं। इस करके सिखो, जिन्हां ने उस हरी नूं अपने विच हिरदे भी सिमरना किया, वो हरी विच मिल के हरी का रूप हो गए। से धन वो धन है, वो धन है, उन्होंने धन धन कहा जाता है। धन जियो तेह को जग में, कह लगे उन्हों का संसार विच आना सफला है।
मुख ते हर चित मैं जुद्ध विचारे, जिन्हां दे मुख दे विच हरि दा नाम चलदा, हिरदे विच जुद्ध चलदा। तुसीं कहोगे दो काम इकट्ठे किवें चलदे आ? हुण आपां इत्थे बैठे आ, कथा भी सुन रहे आ, तुसीं अंदर युद्ध भी कर रहे हो, तुहाडा मन कहंदा चलीए, तुसीं कहंदे हो हजे नहीं, कथा मुक जाण दे, कहो सतनाम सिंह। ये युद्ध नहीं हो रहा अपना अंदर, किसे किसे दा ख्याल चल रहा होना है। भाव जदों सिमरन करदे आ ते मन अनेकां तरह के फुरने खड़े करदा, उन्हां फुरनियां दे नाल साडे चित्त दा युद्ध चलदा है, कहो सतनाम सिंह। कई मन तो हार के उठ के तुर जाते आ, ते कई जित के मन नूं रोकी रखते आ, नहीं बह जा हजे नहीं। इस तरह फुरनियां दे नाल युद्ध चलदा है। खालसा सोई जो चढ़े तुरंग, वो खालसा है जिहड़ा घोड़े ते चढ़दा है। जिवें घोड़ा कंट्रोल करना औखा है, इवें मन नूं कंट्रोल करना औखा है। मन जीते जग जीत, वो खालसा बन जाओ जिहड़ा मन रूपी घोड़े नूं कंट्रोल कर गया, कहो सतनाम श्री। खालसा सोई जो चढ़े तुरंग, खालसा सोई जो करे नित जंग। तो जंग साडे अंदर चलनी है, कोई बाहर लोकां नूं मारना ही जंग नहीं हैगा, कहो सतनाम श्री। हाँ, जो विषयकारी जो गलत है, जो किसी की बेअदबी करता है, उत्थे खालसा तलवार भी चकदा है, बाहरी जंग भी हुंदी है, पर अंदरूनी जंग की गल की गई है इत्थे खालसा जी ने। उन्हां नूं धन धन कहा जांदा है। धन जीओ तेह को जग मैं मुख ते हर चित मैं युद्ध विचारै, देह अनित, जिन्हां नूं ये पता लग गया कि देह खत्म होने वाली है। देह अनित ना नित रहे, जस नाव चढ़े भव सागर तारे, हरि दी सिमरन रूपी नाव ते चढ़ के संसार सागर चों पार हो जाते हैं। धन है उन्हां दा आउणा। धन माता पिता धन, मां धन है, प्यो धन है, धन जननी जिसने जन्म दिता। धन सुकागद कलम धन, धन भांडा धन मस, ए कागज ए अंग बाणी दे, ये धन हन। वो कलम जिहदे नाल लिखिया गया वो भी धन है, वो स्याही भी धन हो गई, सत्कारयोग हो गई। धन भांडा धन मस, धन लिखारी नानका जिन नाम लिखाया सच। धन है भाई गुरदास जी, धन है श्री गुरु अर्जन देव जी महाराज, जिन्हों ने ये नाम लिखाया, कहो सतनाम श्री। से धन जिन हर ध्याया जी, जन नानक तिन बल जासी। चौथे नानक सतगुरु रामदास महाराज जी 100 पुरख वाली पौड़ी विच कह रहे हैं कि मैं भी उन्हां तो बलिहारे जाना हाँ। सिखो ऐसी परमेश्वर की भगती की पावर है। तेरी भगत भंडार जी, भगती विच भंडारे है। नाम जपण विचों खजाने निकलते हैं। कबीर साहब जी के घर लंगर चले आ। कबीर साहब जी के एंटी सी मौके दे ब्राह्मण लोग बहुत ज़्यादा कांशी दे रहन वाले। भगत जी की बड़ी महिमा सी, सारी दुनिया सत्कार करती सी। भगत जी लोगों को सच के मार्ग नाल जोड़ते सी। ब्राह्मण उन्हां दी बेइज्जती कराउणी चाहुंदे सी, जान बुझ के लॉसमेंट करती काशी दे विच। बई परसों कबीर साहब के घरे लंगर चलना, सारे पहुंचे हो, जान बुझ के कराती। हुण जनता नूं की पता बेचारे नूं भी है कि नहीं है। जनता इकट्ठी हो गई उन्हां दे घर। जनता इकट्ठी हुई ते माता लोई जी कबीर साहब नूं पुछदे आ, भगत जी ये जनता किवें आ रही है? कहंदे पता नहीं, कहंदे अपने घरे कोई लंगर है। लोई कहंदी फिर तुसीं कहा किसे नूं? कहंदे नहीं मैं तो नहीं कहा, पर जिन्हें कहा आपे छकाऊगा, आपां नूं की कहो सतनाम श्री। कबीर साहब किसी ने यह भी नहीं कहते चले जाओ, ये भी नहीं कहते बैठ जाओ। कट्ठ वाहवा होण लगे आ, लोग इकट्ठे होण लगे। जद माता लोई जी कहंदे महाराज जां तां इन्हां नूं कोई छकाओ ते जां जवाब दिओ। कहंदे वेख लोई आपां जवाब के दईए, जिन्हें सद्दिया आपे छकाऊगा, क्योंकि सारिਆਂ ਵਿੱਚ ਉਹੀ वसदा है। दुश्मन विच भी ਉਹੀ है, मित्र विच भी ਉਹੀ है। कई भगतां दी इत्थे अवस्था पहुंच जाती है। माता लोई जी भी चुप कर गए।
ब्राह्मणों का ख्याल सी कि अज लोग इन्हां दे घरों जद निकलणगे ते कबीर साहब की निंदिया करते हुए निकलणगे, देखो बड़ा भगत बनिया फिरदा सीगा, पहला सद्दा देता ते मुड़ के भोजन छकाया नहींगा, पहला न्योंदा देता। पर जुग जुग भगतो पाया पैज रखदा आया राम राजे। कहते जब बहुत ही लोग इकट्ठे हो गए तो कबीर साहब जी बोच के घरों बाहर निकल गए, रिश्क गए, जंगलों में जा बैठे तो सिमरन विच बह गए, भगती विच बैठ गए। तेरी भगत भंडार जी भरे बेअंत बेअंता। क्योंकि जदों साडी मैं पासे होगी फिर ही परमेश्वर वरतूगा। जिन्ना चिर असीं विच मैं अड़ा के खड़े हैं कि मैं आए कर दूँ मैं आए कर दूँ, उन्ना चिर रब नहीं वरतदा। कबीर साहब ने अपने आप नूं पासे कर लिया, जंगल भी जाके बैठ के भजन बंदगी च घंटा दो घंटियां बाद माता लोई नूं फिर कबीर साहब घूमते दिखाई दिते। कहते भगत जी कुछ करो, कहते करदियां फिक्र ना कर मैं आ गया। पर लोई नूं हजे कोई पछाण नहीं आई, क्योंकि कबीर वर्गा ही दूसरा रूप परमेश्वर आ गया हुण घर दे विच। कहो सतनाम श्री। बड़ा भीड़ हो गई विहड़े दे विच। माता लोई जी कहते कुछ करो, हुण कहते करदे आ, सेवादारां नूं भेजो अंदर कमरे च, मैं ना थोड़ी मठियाई लिया के रखी सी, वो खवा दिन्ने आ। किसी विआह च मठियाई आई सी कबीर साहब दे घरे, वो घड़े च पई सी, उदों घड़े ही बर्तन हुंदे सारे तरह दे, वो घड़े विच कहते कोई शेर क मठियाई पई सी। ये भगती दी पावर है, इहनूं कहंदे रिद्धियां सिद्धियां। किणके तो पहाड़ बना देवे ते पहाड़ तो किणका बना लवे। कहो सतनाम श्री। 9 निधियां 18 सिद्धियां का यह मकसद है। कहते वो परमेश्वर रूप कबीर, जो कबीर का रूप धार के आया अंदर चलिया गया। जो कबीर साहब के दोस्त मित्र सीगे संगी साथी वो भी चले गए। हाँ मारा हुक्म, कहते आ लो फटाफट पंगता लाओ तो इन्हों मठियाई छकाओ। अंदरों ही भांडे तैयार हो गए। कहते अंदरों ही मठियाई इन्नी हो गई कि जिन्ने लोग काशी इलाके दे आए सी सारियां नूं कहंदे मठियाई प्लेटां विच बर्तनां विच पा के दित्ती गई। ते नाल उस कमरे चों यह भी आवाज़ आई कि इन्हां नूं कह दिओ भांडे नाल ही लै जाण आपदे, साडे कोले मांजण दा इंतजाम नहीं हैगा। कहो सतनाम श्री। बहुत सारे लोग तां भांडे भी लई जांदे आ, विच मठियाई भी लई जांदे आ, ते नाले धन कबीर करदे जांदे आ। जिधर कबीर साहब किते खेतां 'च बैठे सी, 5-7 उधरों भी लंघे, गल्लां करदे यार कमाल हो गई, किड्डा वड्डा लंगर चलाया मठियाई दा भगत जी ने। सतगुर नूं अपनी वडियाई भावदी, गुरसिखां की जयकार करावे। गुरु सिखां नूं वडियाई दिंदा, परमेश्वर भगतां नूं दे दिंदा। कहो सतनाम श्री। गुरु ते परमेश्वर इक्को ही है, वैसे दो नहीं हैगे। जब कबीर साहब ने अपनी महिमा सुनी तो उठ के पुछदे आ, कहंदे भाई साहब जी कित्थों आए हो? कहंदे बाबा तू इत्थे बैठा, कबीर दे घर लंगर चली जांदा, शायद वो जानते नहीं होने, दूर तक लोग इकट्ठे हुए सी। अच्छा, कबीर साहब जब घरे आए ना, वो कमरे वाल गए तो कमरे विच उन्हां वर्गा एक होर बैठा। कहंदे आओ भगत जी। वो जो ब्राह्मण मूहरे बैठे ना 11, हाँ जी, इन्हां ने सारा काम किया, इन्हां ने ही लॉसमेंट करवाई सी। हुण तू जा इन्हां नूं सरोपे दे आ। कहो सतनाम श्री। इन्हां नूं सरोपे दे के विदा कर, भाव होर शर्मशार होणगे भी असीं भगत की बेइज्जती कराउणी चाहुंदे सी ते भगत ने सानूं सरोपे भी दिते ते परमेश्वर उत्थों अलोप हो गए, कबीर साहब जी दे विच ही समा गए। इस करके तेरी भगती जिहड़ी है बड़ी विशाल है। तेरी भगत भंडार जी भरे बेअंत बेअंता। तेरे भगत सलाहन तुर जी हर अनख अनेक अनंता। तेरी भगती वड्डी है, तेरे भगत भी घट नहीं है जिहड़े तैनूं सलाहुंदे हन। हे हरि अनख अनेक अनंता। तेरी अनक अन करे हर पूजा जी। किन्ने क भगत है? अनक अनेकां, गिनती कोई नहीं है। सृष्टि बहुत वड्डी है, ये दुनिया किसी दे सहारे खड़ी है। दुनिया में हजे संत भगत हैगे ना, एवें नहीं खड़ी है। कहो सतनाम श्री। तेरी अन करे हर पूजा जी। तप तापै जपै बेअंता।
महाराज अनेकां ही तेरे नाम जपण वाले है। इन्हां शब्दां दे विचार आपां कल दे दीवाना विच सरवण करांगे। बोलदे अनेकां अखर बाद घाट हो जांदे। सिख संगतां दे सतगुरु बख्शण योग है, बख्श लैना जी। रोकण दी आग्या बख्शो। बुलाओ फतेह पाओ फतेह। वाहिगुरू जी का खालसा वाहिगुरू जी वाहिगुरू।